ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰਬਾਣੀ ਦਾ ਫਰਮਾਨ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਬਾਣੀ ਆਖਦੀ ਹੈ, ਕਾਮ ਕ੍ਰੋਧ ਅਰ ਲੋਭ ਮੋਹ, ਇਹ ਜੋ ਪੰਜ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬਿਨ ਸਜਾਣ ਇਸ ਦੇਹੀ ਦੇ ਅੰਦਰੋਂ, ਇਸ ਮਨ ਦੇ ਅੰਦਰੋਂ, ਇਸ ਅੰਤःਕਰਨ ਦੇ ਅੰਦਰੋਂ ਸਦਾ ਸਦਾ ਲਈ ਚਲੇ ਜਾਣ। ਨਾਨਕ ਪ੍ਰਭ ਸ਼ਰਨਾਗਤੀ, ਨਾਨਕ ਤੇਰੀ ਸ਼ਰਨ ਦੇ ਵਿੱਚ ਹੈ, ਕਰ ਪ੍ਰਸਾਦ ਗੁਰਦੇਵ। ਐ ਗੁਰੂਦੇਵ, ਕਿਰਪਾ ਕਰੋ ਇਹਨਾਂ ਚੋਰਾਂ ਤੋਂ, ਇਹਨਾਂ ਅਹੰਕਾਰੀਆਂ ਤੋਂ, ਇਹਨਾਂ ਲੋਭੀਆਂ ਤੋਂ, ਮੋਹੀਆਂ ਤੋਂ ਖਹਿੜਾ ਛੁੱਟ ਜਾਵੇ ਔਰ ਜੀਵ ਆਤਮਾ ਮੁਕਤ ਹੋ ਜਾਵੇ। ਪਿਆਰੀ ਸਾਧ ਸੰਗਤ, ਜਨਮ ਜਨਮ ਦੇ ਵਿੱਚ ਇਹ ਬੰਦੇ ਦਾ ਪਿੱਛਾ ਨਹੀਂ ਛੱਡਦੇ। ਭਾਵੇਂ ਪੰਛੀਆਂ ਦਾ ਜੀਵਨ ਹੈ ਜਾਂ ਪਸ਼ੂਆਂ ਦਾ ਜੀਵਨ ਹੈ ਜਾਂ ਫਿਰ ਹੋਰ ਦੇਵੀ ਦੇਵਤਿਆਂ ਦਾ ਜੀਵਨ ਹੈ ਜਾਂ ਫਿਰ ਮਨੁੱਖਾਂ ਦਾ ਜੀਵਨ ਹੈ, ਇਹਨਾਂ ਤੋਂ ਖਹਿੜਾ ਨਹੀਂ ਛੁੱਟਦਾ। 84 ਲੱਖ ਜਿਹੜੀ ਜੂਨ ਹੈ ਉਹ ਇਸੇ ਕਰਕੇ ਹੈ। ਇਹ ਉਹਨਾਂ ਦਾ ਬੀਜ ਹਨ, ਜਿਹੜੀਆਂ ਜੂਨਾਂ ਹਨ ਉਹਦਾ ਬੀਜ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ। ਜਦੋਂ ਬੀਜ ਖਤਮ ਹੋ ਜਾਵੇ ਤਾਂ ਬ੍ਰਿਕਸ਼ ਆਪੇ ਨਹੀਂ ਬਣਦਾ। ਪੁੱਜਿਆ ਹੋਇਆ ਬੀਜ ਕਦੀ ਜੰਮਦਾ ਨਹੀਂ, ਕੱਚਾ ਬੀਜ ਜੰਮਦਾ ਹੈ। ਇਸ ਕਰਕੇ ਨਾਮ ਜਪਣ ਦੇ ਨਾਲ, ਸੇਵਾ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਇਹ ਜੋ ਜੀਵ ਹੈ ਇਸ ਦਾ ਛੁਟਕਾਰਾ ਹੋ ਜਾਂਦਾ ਹੈ। ਇੱਕੋ ਸਾਧਨ ਹੈ, ਪ੍ਰਭੂ ਦੀ ਚਰਨ ਸ਼ਰਨ, ਸਤਿਗੁਰੂ ਦੀ ਚਰਨ ਸ਼ਰਨ। ਜਿਹੜਾ ਉਸ ਵਿੱਚ ਚਲਿਆ ਜਾਂਦਾ ਹੈ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਪਿਆਰੀ ਸਾਧ ਸੰਗਤ, ਇੱਕ ਪ੍ਰਮਾਣ ਹੈ, ਇੱਕ ਨਰਮੋਹੀ ਰਾਜਾ ਹੋਇਆ ਹੈ, ਜਿਸ ਨੂੰ ਨਰਮੋਹੀ ਕਰਕੇ ਆਖਦੇ ਸਨ। ਉਹ ਨਰਮੋਹ ਕਿੱਦਾਂ ਬਣਿਆ? ਇੱਕ ਦਿਨ ਆਪਣੇ ਘੋੜੇ ਦੇ ਉੱਤੇ ਸਵਾਰ ਹੋ ਕੇ ਜੰਗਲ ਦੇ ਵਿੱਚ ਜਾ ਰਿਹਾ ਸੀ। ਸੁਬਾਹ ਦਾ ਸਮਾਂ ਸੀ, ਛੋਟਾ ਰਸਤਾ ਸੀ, ਆਲੇ ਦੁਆਲੇ ਝਾੜੀਆਂ ਸਨ। ਰਾਜਾ ਚੱਲਿਆ ਜਾ ਰਿਹਾ ਹੈ, ਘੋੜੇ ਉੱਤੇ ਸਵਾਰ ਹੋ ਕੇ ਸੈਰ ਕਰਦਾ ਹੈ। ਅੱਗਿਓਂ ਇੱਕ ਗੁਜਰੀ ਮਿਲੀ। ਗੁਜਰੀ ਨੇ ਆਪਣੇ ਸਿਰ ਦੇ ਉੱਤੇ ਦੁੱਧ ਦਾ ਘੜਾ ਰੱਖਿਆ ਹੋਇਆ ਹੈ। ਜਦੋਂ ਆਪਸ ਵਿੱਚ ਉਹ ਕ੍ਰੋਸ ਕਰਨ ਲੱਗੇ, ਜਿਹੜਾ ਰਕਾਬ ਦੇ ਉੱਤੇ ਰਾਜੇ ਨੇ ਪੈਰ ਰੱਖਿਆ ਹੋਇਆ ਸੀ ਉਸ ਦੇ ਘੜੇ ਨੂੰ ਠੋਕਰ ਲੱਗੀ। ਠੋਕਰ ਲੱਗ ਕੇ ਉਹ ਘੜਾ ਗੁਜਰੀ ਦੇ ਸਿਰ ਤੋਂ ਥੱਲੇ ਡਿੱਗ ਪਿਆ। ਘੜਾ ਟੁੱਟ ਗਿਆ। ਜਿਹੜਾ ਦੁੱਧ ਸੀ ਉਹ ਸਾਰਾ ਰੁੜ ਗਿਆ। ਰਾਜੇ ਨੂੰ ਬੜਾ ਦੁੱਖ ਲੱਗਿਆ ਕਿ ਇਹ ਗਰੀਬ ਲੋਕ ਹਨ, ਔਰਤ ਹੈ, ਇਸ ਦਾ ਦੁੱਧ ਰੁੜ ਗਿਆ, ਮੈਂ ਬੜਾ ਮਾੜਾ ਕੀਤਾ। ਗੁਜਰੀ ਰਾਜੇ ਦੇ ਮੂੰਹ ਵੱਲ ਤੱਕਦੀ ਹੈ, ਦੇਖਦੀ ਹੈ ਕਿ ਇਸ ਨੂੰ ਦੁੱਖ ਲੱਗਾ ਹੈ। ਗੁਜਰੀ ਆਖਦੀ ਹੈ ਕਿ ਰਾਜਨ, ਤੇਰਾ ਕੋਈ ਕਸੂਰ ਨਹੀਂ, ਮੈਨੂੰ ਕੋਈ ਦੁੱਖ ਨਹੀਂ ਹੈ ਇਸ ਗੱਲ ਦਾ ਕਿ ਮੇਰਾ ਦੁੱਧ ਰੁੜ ਗਿਆ ਹੈ। ਮੇਰਾ ਤਾਂ ਅੱਜ ਤੱਕ ਬਹੁਤ ਕੁਛ ਰੁੜ ਗਿਆ, ਮੈਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਚੁੱਕੀ ਹਾਂ। ਮੈਨੂੰ ਹੁਣ ਸੁੱਖ ਦੁੱਖ ਸਪਰਸ਼ ਨਹੀਂ ਕਰਦੇ। ਮੇਰਾ ਜੀਵਨ ਇੱਕ ਪੱਥਰ ਦੀ ਨਿਆਈ ਹੋ ਗਿਆ ਹੈ। ਮੇਰੇ ਉੱਤੇ ਚੀਜ਼ ਕੋਈ ਅਸਰ ਨਹੀਂ ਕਰਦੀ। ਜਿਸ ਤਰ੍ਹਾਂ
पत्थर के उत्ते चीज़ कोई असर नहीं करती, इस तरह मेरे उत्ते कोई असर नहीं करती। राजा बड़ा हैरान होया, आखदा है कि गुजरी तेरा दुध रुड़ गया, तेनों कोई दुख नहीं लगा, तुहाडी योग जीविका है, तुसी दुध बेचते हो, अपना गुजारा करते हो। तो गुजरी हस के आखती है कि राजन मेरी गल सुन, मैं नरमोह किस तरह बनी, मेरे उत्ते इन्हां चीज़ों का सुख दुख का असर होना हट गया। मैं एक शाहूकार की लड़की सी, शाहूकार दे घर होंदे हुए मेरा एक सौदागर नाल ब्याह होया। वो सौदागर घोड़ियां दा व्यापारी सी। घोड़े लैण लई 6 महीने विदेश विच जांदा सी, समुद्रों पार अरबी घोड़े खरीद के लियाउंदा सी ते इधर भारत विच आके व्यापार करदा सी। एक दिन की होया कि मैं इशनान पानी करके कोठी के उत्ते बाल सुका रही सी, सियालां दे दिन सन। मेरा एक छोटा बच्चा सी, उत्थों दा राजा उत्थों दी गुजरिया, मेरे उत्ते रंग रूप बहुत सी, वो देख के मेरे उत्ते मोहित हो गया तो मैनू जबरदस्ती उठा के नाल लै गया। मैनू अपनी राणी बना लिया। मैं कुछ नहीं कर सकती सी, मेरे घर दे भी सहुरा परिवार भी कुछ नहीं कर सकिया। मेरा बच्चा उत्थे रह गया, मैनू नाल लै गया। की होया, समा पिया, वो सौदागर मुड़ के अपने घर नूं वापस आया तो आके देखा ना मेरा परिवार है, ना मेरे बच्चे है, ना मेरी औरत है। लोगों ने दसिया कि तेरा इस तरह परिवार उजड़िया है, राजा तेरी घरवाली नूं लै गया है, अपनी राणी बना लिया। उसनूं बड़ा दुख होया। उसने साधुओं वाले कपड़े पा ले, घर बार छड्ड दिता। साधुओं वाले कपड़े पा के रोटी मंग के खाण लग पिया, कदी किसी नगर दे विच, कदी किसी नगर दे विच। उसदे मन दे विच तांग सी मैं अपनी घरवाली नूं मिलना है। एक दिन राजे दे महल दे विच भिक्षा लैण लई चले गया। उत्थों एक अंदरों औरत निकली, उसदे हत्थ विच थाल सी, प्रशादा पानी सी। वो संत नूं आके देण लगी तो वो संत आखदा है कि तुहाडी जिहड़ी मलका है, मैं उसदे हत्थों प्रशादा लेना है। उस गोली ने जाके राणी नूं कहा कि तुहाडे कोलों वो योगी प्रशादा खाना चाहुंदा है। वो गोली नूं नाल लैके राणी जदों अंदरों बाहर आई तो देखिया कि साधु कोई है। प्रशादा उहदे अगे रखिया कि छको महाराज, मैं तुहानूं छकाउंदी हाँ, दसो की गल है। गल कोई भी नहीं होनी सी, जदों अखां नाल अखां मिलियां तो वो पछाण गई कि ये मेरा घर वाला है, ये सौदागर है। पर कुछ नहीं बोल कुछ नहीं सकती सी, ना मैं कुछ बोल सकती सी, ना वो कुछ बोल सकता सी। इशारा किया गोली नूं मैं कि जा अंदरों कुछ लैके आ, तो सिर्फ मैं इन्ना कहा कि जंगल दे विच फलानी दिशा दे विच चल जा, मैं रात नूं तैनूं उत्थे मिलण आवांगी। जदों रात हुई, राजा घर दे विच आया, महल दे विच मैं उसनूं रज के शराब पिलाई। जदों वो बेहोश हो गया ना मैं शमशीर कड्ढी, उसका सिर कतर कर दिता। चंगे चंगे गहने गट्टे लैके, हीरे जवाहरत लैके मैं पोटली दे विच बन के लै गई ते पोटली दे विच लिजा के जदों उस दरख्त के थल्ले देखिया
ਕੀ ਹੋਇਆ ਕਿ ਜਿਹੜਾ ਮੇਰਾ ਪਤੀ ਸੌਦਾਗਰ ਸੀ ਉਹ ਮਰਿਆ ਪਿਆ ਸੀ। ਉਸ ਨੂੰ ਸੱਪ ਨੇ ਡੰਗ ਦਿੱਤਾ। ਮੈਂ ਔਰਤ ਜਾਤ ਉੱਚੀ ਉੱਚੀ ਰੋਣ ਲੱਗ ਪਈ। ਰੋਈ ਇਸ ਕਰਕੇ ਕਿ ਰਾਜੇ ਨੂੰ ਮਾਰ ਕੇ ਮੈਂ ਆਈ ਹਾਂ, ਜਿਸ ਨੂੰ ਮਿਲਣ ਆਈ ਹਾਂ ਉਹ ਅੱਗੇ ਮਰਿਆ ਪਿਆ ਹੈ। ਬੜਾ ਦੁੱਖ ਲੱਗਾ। ਦੁੱਖ ਮੈਂ ਚੱਲ ਨਾ ਸਕੀ, ਬਹੁਤ ਉੱਚੀ ਉੱਚੀ ਰੋਈ। ਜਦੋਂ ਰੋਣੇ ਦੀ ਆਵਾਜ਼ ਆਲੇ ਦੁਆਲੇ ਜੰਗਲ ਦੇ ਵਿੱਚ ਸੁਣੀ ਤਾਂ ਉੱਥੇ ਚੋਰ ਰਹਿੰਦੇ ਸਨ। 5-7 ਚੋਰਾਂ ਦੀ ਟੋਲੀ ਸੀ। ਜਦੋਂ ਉਹ ਆ ਗਏ, ਆ ਕੇ ਦੇਖਿਆ ਕਿ ਜਨਾਨੀ ਹੈ ਕੋਈ, ਇਸ ਦੇ ਕੋਲ ਧਨ ਦੌਲਤ ਹੈ। ਉਹਨਾਂ ਨੇ ਧਨ ਦੌਲਤ ਮੇਰੇ ਕੋਲੋਂ ਪਹਿਲਾਂ ਛੀਣਿਆ, ਆਪਸ ਵਿੱਚ ਵੰਡਿਆ। ਫਿਰ ਮੇਰੀ ਵਾਰੀ ਆਈ ਕਿ ਇੱਕ ਔਰਤ ਕਿਸ ਨੂੰ ਜਾਵੇਗੀ। ਮੇਰੇ ਨਾਲ ਦੁਰਾਚਾਰ ਵੀ ਹੋਇਆ। ਉਹਨਾਂ ਨੇ ਕਿਹਾ ਕਿ ਇਸ ਨੂੰ ਰੱਖ ਕੇ ਕੀ ਕਰਨਾ ਹੈ, ਇਸ ਨੂੰ ਬਾਜ਼ਾਰ ਵਿੱਚ ਵੇਚ ਦੇਵੋ। ਮੈਨੂੰ ਬਾਜ਼ਾਰ ਵਿੱਚ ਲੈ ਗਏ। ਜਦੋਂ ਮੈਨੂੰ ਉੱਥੇ ਲਿਜਾ ਕੇ ਵੇਸ਼ਿਆ ਦੇ ਬਾਜ਼ਾਰ ਦੇ ਵਿੱਚ ਮੇਰੀ ਕੀਮਤ ਪਾ ਦਿੱਤੀ। ਮੈਂ ਸੁੰਦਰ ਸੀ, ਮੇਰੀ ਕੀਮਤ ਬਹੁਤ ਪਈ। ਜਿਹੜੀ ਵੇਸ਼ਿਆ ਬਾਜ਼ਾਰ ਦੀ ਵੱਡੀ ਔਰਤ ਸੀ, ਸਰਦਾਰ ਸੀ, ਉਸਨੇ ਮੈਨੂੰ ਖਰੀਦ ਲਿਆ। ਮੇਰੇ ਕੋਲੋਂ ਦੁਰਾਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਮੇਰਾ ਮੁੱਲ ਪੈਂਦਾ ਸੀ। ਇੱਕ ਦਿਨ ਕੀ ਹੋਇਆ ਕਿ ਇੱਕ ਬਹੁਤ ਨੌਜਵਾਨ ਸੁੰਦਰ ਲੜਕਾ ਉੱਥੇ ਆਇਆ। ਉਸ ਨੇ ਮੇਰੀ ਕੀਮਤ ਪੁੱਛੀ। ਜੋ ਸਰਦਾਰ ਔਰਤ ਸੀ ਸਰ, ਮੇਰੀ ਮਾਲਕ, ਉਸਨੇ ਕੀਮਤ ਦੱਸੀ ਤਾਂ ਉਸਨੇ ਕੀਮਤ ਦੇ ਕੇ ਮੈਨੂੰ ਰਾਤ ਰੱਖਿਆ। ਜਦੋਂ ਅਸੀਂ ਦੋਨੇ ਜਾਣੇ ਇੱਕ ਬਿਸਤਰ ਦੇ ਉੱਤੇ ਸੁੱਤੇ ਹੋਏ ਸੀ ਤੇ ਉਹ ਮੈਨੂੰ ਪੁੱਛਦਾ ਹੈ ਕਿ ਤੂੰ ਇਸ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਆਈ। ਇਹ ਤਾਂ ਵੇਸ਼ਿਆ ਬਾਜ਼ਾਰ ਹੈ, ਤੂੰ ਚੰਗੀ ਔਰਤ ਲੱਗਦੀ ਹੈ। ਤੇ ਮੈਂ ਉਸ ਨੂੰ ਆਖਿਆ ਕਿ ਪਹਿਲਾਂ ਤੂੰ ਆਪਣੀ ਕਹਾਣੀ ਸੁਣਾ। ਪਰ ਉਸਨੇ ਆਖਿਆ ਕਿ ਤੂੰ ਸੁਣਾ। ਉਸਨੇ ਦੱਸਿਆ ਕਿ ਮੈਂ ਇੱਕ ਸ਼ਾਹੂਕਾਰ ਦੀ ਲੜਕੀ ਸੀ। ਇਸ ਤਰ੍ਹਾਂ ਮੇਰੇ ਨਾਲ ਹੋਇਆ। ਮੈਨੂੰ ਰਾਜਾ ਉਠਾ ਕੇ ਲੈ ਆਇਆ, ਮੈਨੂੰ ਰਾਣੀ ਬਣਾ ਲਿਆ। ਮੇਰਾ ਪਤੀ ਜਿਹੜਾ ਸੌਦਾਗਰ ਸੀ, ਉਹ 6 ਮਹੀਨਿਆਂ ਬਾਅਦ ਜਦੋਂ ਘਰ ਆਇਆ ਤਾਂ ਦੇਖਿਆ ਕੁਛ ਵੀ ਨਹੀਂ ਹੈ। ਉਹ ਸਾਧੂ ਬਣ ਗਿਆ। ਮੈਨੂੰ ਮਹਿਲ ਦੇ ਵਿੱਚ ਭਿਕਸ਼ਾ ਦੇ ਬਹਾਨੇ ਆ ਕੇ ਮਿਲਿਆ। ਮੈਂ ਉਸ ਨੂੰ ਕਿਹਾ ਕਿ ਤੈਨੂੰ ਰਾਤ ਨੂੰ ਮਿਲਾਂਗੀ, ਜੰਗਲ ਦੀ ਫਲਾਨੀ ਦਿਸ਼ਾ ਦੇ ਵੀ ਦਰਖਤ ਹੈ, ਉੱਥੇ ਜਾ ਕੇ ਬਹਿ ਜਾ। ਜਦੋਂ ਮੈਂ ਰਾਤ ਨੂੰ ਜਾ ਕੇ ਦੇਖਿਆ ਤੇ ਉਹ ਮਰਿਆ ਪਿਆ ਸੀ। ਪਿੱਛੇ ਮੈਂ ਰਾਜੇ ਨੂੰ ਕਤਲ ਕਰਕੇ ਆਈ ਸੀ। ਸਾਰੀ ਕਹਾਣੀ ਸੁਣਾ ਦਿੱਤੀ। ਉਹ ਆਖਦਾ ਹੈ, ਉਸਨੇ ਆਖਿਆ ਕਿ ਤੂੰ ਸੁਣਾ। ਉਸਨੇ ਵੀ ਇਹੀ ਕਹਾਣੀ ਸੁਣਾਈ। ਇੱਕ ਦੂਜੇ ਨੂੰ ਪਤਾ ਲੱਗ ਗਿਆ। ਅਸਲ ਵਿੱਚ ਉਹ ਸੌਦਾਗਰ ਦਾ ਬੇਟਾ ਸੀ, ਮੇਰਾ ਹੀ ਬੇਟਾ ਸੀ। ਮੈਂ ਹੀ ਉਸ ਕੋਲ ਕਹਾਣੀ ਸੁਣੀ। ਮਾਂ ਪੁੱਤ ਦਾ ਉਲਟਾ ਸੰਬੰਧ ਹੋ ਗਿਆ। ਰਾਜਨ ਮੈਨੂੰ ਤਕਲੀਫ ਬਹੁਤ ਹੋਈ। ਮੇਰੇ ਸਾਹਮਣੇ ਹੀ ਉਸਨੇ ਸ਼ਮਸ਼ੀਰ ਕੱਢੀ ਤੇ ਆਪਣੇ ਪੇਟ ਦੇ ਵਿੱਚ ਮਾਰ ਲਈ, ਹਿਰਦੇ ਦੇ ਵਿੱਚ ਮਾਰ ਲਈ ਤੇ ਮੇਰੇ ਸਾਹਮਣੇ ਮਰ ਗਿਆ ਕਿ ਮੈਂ ਤੇਰਾ ਪੁੱਤਰ ਹਾਂ, ਮੈਂ ਬੜੀ ਮਾਂ ਦੇ ਨਾਲ ਦੁਰਾਚਾਰ ਕੀਤਾ ਹੈ। ਮੇਰੇ ਸਾਹਮਣੇ ਹੀ ਮਰ ਗਿਆ। ਮੈਨੂੰ ਬਹੁਤ ਦੁੱਖ ਹੋਇਆ। ਫਿਰ ਮੈਂ ਪੰਡਤਾਂ ਕੋਲ, ਜੋਤਸ਼ੀਆਂ ਕੋਲ ਗਈ ਤੇ ਜਾ ਕੇ ਪੁੱਛਿਆ ਕਿ ਇਸ ਦਾ ਮਹਾਪਾਪ ਜੋ ਹੈ ਸਾਡੇ ਕੋਲ, ਮੇਰੇ ਕੋਲ ਹੋਇਆ ਹੈ, ਉਸ ਦਾ ਉਪਾਅ ਕੀ ਹੈ। ਉਹਨਾਂ ਨੇ ਦੱਸਿਆ ਕਿ ਪਿੱਪਲ ਦੀਆਂ ਲੱਕੜੀਆਂ ਲੈ ਲੈਣੀਆਂ, ਨਦੀ ਦਾ ਕਿਨਾਰਾ ਦੇਖ ਕੇ ਉਸ ਦੇ ਉੱਤੇ ਚਿਖਾ ਚਿਣ ਲੈਣੀ ਤੇ ਉਸ ਦੇ ਵਿੱਚ ਛਾਲ ਮਾਰ ਕੇ ਮਰ ਜਾਣਾ। ਇਹੀ ਤੇਰਾ ਉਪਾਅ ਹੈ। ਮੈਂ ਇਸੇ ਤਰ੍ਹਾਂ ਕੀਤਾ। ਜਦੋਂ ਮੈਂ ਛਾਲ ਮਾਰੀ ਤੇ ਨਦੀ ਦਾ ਕਿਨਾਰਾ ਸੀ, ਥੱਲਿਓਂ ਖੁਰ ਚੁੱਕਿਆ ਸੀ, ਉੱਪਰ ਛੱਤ ਬਣੀ ਹੋਈ ਸੀ। ਅੱਗ ਲੱਗੀ ਹੋਈ ਸੀ ਚਿਖਾ ਨੂੰ। ਮੈਂ ਜਦੋਂ ਛਾਲ ਵਿੱਚ ਮਾਰੀ ਤਾਂ ਉਹ ਚਿਖਾ ਜਿਹੜੀ ਸੀ ਨਦੀ ਦੇ ਵਿੱਚ ਡਿੱਗ ਪਈ। ਮੈਂ ਸਭ ਤੋਂ ਵੱਡੀ ਲੱਕੜੀ ਨੂੰ ਪਕੜ ਲਿਆ। ਜਦੋਂ ਮੈਂ ਰੁੜੀ ਜਾਵਾਂ ਤੇ ਗੁੱਜਰਾਂ ਦਾ ਇੱਕ ਟੋਲਾ ਪਸ਼ੂ ਚਰਾ ਰਿਹਾ ਸੀ। ਉਹਨਾਂ ਨੇ ਦੇਖਿਆ ਕਿ ਔਰਤ ਰੁੜੀ ਜਾਂਦੀ ਹੈ। ਮੈਨੂੰ
ਰੋੜੀ ਜਾਂਦੀ ਨੂੰ ਦੇਖਿਆ ਇੱਕ ਗੁੱਜਰ ਨੇ ਛਾਲ ਮਾਰੀ, ਮੈਨੂੰ ਨਦੀ ਦੇ ਵਿੱਚੋਂ ਬਾਹਰ ਕੱਢ ਲਿਆ, ਮੈਨੂੰ ਆਪਣੀ ਘਰ ਵਾਲੀ ਬਣਾ ਕੇ ਮੇਰੇ ਨਾਲ ਸ਼ਾਦੀ ਕਰ ਲਈ ਅਤੇ ਮੈਨੂੰ ਆਪਣੇ ਕੋਲ ਰੱਖ ਲਿਆ ਅਤੇ ਮੈਨੂੰ ਗੁਜਰੀ ਬਣਾ ਦਿੱਤਾ। ਮੈਂ ਉਹੀ ਗੁਜਰੀ ਹਾਂ ਜਿਸ ਨਾਲ ਇਤਨਾ ਕਸ਼ਟ ਵਾਲਾ ਸਮਾਂ ਬੀਤਿਆ। ਭਾਰੇ ਤੋਂ ਭਾਰੇ ਪਾਪਾਂ ਦੇ ਪਹਾੜ ਮੇਰੇ ਉੱਤੇ ਡਿੱਗੇ, ਪਰ ਮੈਨੂੰ ਹੁਣ ਐਸੀ ਬਿਰਤੀ ਪ੍ਰਾਪਤ ਹੋ ਗਈ ਕਿ ਮੇਰੇ 'ਤੇ ਸੁੱਖ ਦੁੱਖ ਅਸਰ ਨਹੀਂ ਕਰਦੇ। ਰਾਜਨ, ਤੂੰ ਦੁੱਧ ਦਾ ਦੇਖਦਾ ਹੈ, ਮੇਰੇ 'ਤੇ ਜ਼ਿੰਦਗੀ ਹੀ ਇੱਕ ਪਾਸੇ ਨੂੰ ਸਾਰੀ ਰੁੜ ਗਈ। ਹੁਣ ਮੈਂ ਗੁਜਰੀ ਹਾਂ, ਦੁੱਧ ਵੇਚ ਕੇ ਗੁਜ਼ਾਰਾ ਕਰਦੀ ਹਾਂ, ਪਰ ਮੇਰੇ 'ਤੇ ਸੁੱਖ ਦੁੱਖ ਦਾ ਕੋਈ ਅਸਰ ਨਹੀਂ। ਰਾਜਾ ਸੁਣ ਕੇ ਬੜਾ ਹੈਰਾਨ ਹੋਇਆ। ਰਾਜੇ ਨੇ ਉਸ ਨੂੰ ਗੁਜਰੀ ਨੂੰ ਆਪਣੇ ਘੋੜੇ ਦੇ ਉੱਤੇ ਬਿਠਾਇਆ ਅਤੇ ਆਪਣੇ ਮਹਿਲ ਵਿੱਚ ਲੈ ਆਇਆ। ਲਿਆ ਕੇ ਉਸ ਦੀ ਪੂਜਾ ਕੀਤੀ। ਉਸ ਨੂੰ ਇਹ ਆਖਿਆ ਕਿ ਤੂੰ ਮੇਰੀ ਅੱਜ ਤੋਂ ਗੁਰੂ ਹੈ, ਮੈਨੂੰ ਵੀ ਇਸ ਤਰ੍ਹਾਂ ਨਰਮੋਹੀ ਦਾ ਉਪਦੇਸ਼ ਦੇ। ਆਖਦੇ ਹਨ ਕਿ ਉਹਦੀ ਕਹਾਣੀ ਸੁਣ ਕੇ ਉਹ ਰਾਜਾ ਵੀ ਨਰਮੋਹ ਹੋ ਗਿਆ। ਨਰਮੋਹ ਹੀ ਕਰਕੇ ਉਸ ਸੰਸਾਰ ਦੇ ਵਿੱਚ ਰਾਜਾ ਪ੍ਰਸਿੱਧ ਹੋਇਆ। ਇਹ ਅਸਲ ਕਹਾਣੀ ਹੈ, ਨਕਲ ਨਹੀਂ ਹੈ। ਪੁਰਾਤਨ ਸਮੇਂ ਦੀ ਇਹ ਵਾਰਤਾ ਹੈ। ਪਿਆਰੀ ਸਾਧ ਸੰਗਤ, ਜਦੋਂ ਕਿਸੇ ਨੂੰ ਜ਼ਿਆਦਾ ਸੱਟਾਂ ਲੱਗਦੀਆਂ ਹਨ, ਜ਼ਿਆਦਾ ਕਸ਼ਟ ਆਉਂਦੇ ਹਨ, ਜਦੋਂ ਸੰਸਾਰ ਜ਼ਿਆਦਾ ਦੁੱਖ ਦਿੰਦਾ ਹੈ, ਤਾਂ ਫਿਰ ਜੀਵ ਜਾਂ ਤਾਂ ਪਰਮਾਤਮਾ ਬਣ ਜਾਂਦਾ ਹੈ ਅਤੇ ਜਾਂ ਫਿਰ ਪੱਥਰ ਵਰਗਾ ਬਣ ਜਾਂਦਾ ਹੈ। ਜਦੋਂ ਠੋਕਰ ਲੱਗਦੀ ਹੈ, ਠੋਕਰ ਹੀ ਉਸ ਨੂੰ ਰੱਬ ਬਣਾ ਦਿੰਦੀ ਹੈ, ਠੋਕਰ ਹੀ ਉਸ ਨੂੰ ਪੱਥਰ ਬਣਾ ਦਿੰਦੀ ਹੈ। ਸੰਸਾਰ ਜਿਸ ਨੂੰ ਠੋਕਰ ਲਾਉਂਦਾ ਹੈ, ਜਾਂ ਤਾਂ ਉਹ ਪਰਮਾਤਮਾ ਦੇ ਪੱਖ ਨੂੰ ਜਾਂਦਾ ਹੈ ਅਤੇ ਜਾਂ ਫਿਰ ਪੱਥਰ ਹੋ ਜਾਂਦਾ ਹੈ। ਪਰਮਾਤਮਾ ਵੀ ਇੱਕ ਪੱਥਰ ਦੀ ਨਿਆਈ ਹੈ ਜਿਸ ਦੇ ਉੱਤੇ ਸੁੱਖ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ। ਇਹ ਸਾਡਾ ਮਨ ਵੀ ਇੱਕ ਪੱਥਰ ਦੀ ਨਿਆਈ ਹੋ ਜਾਂਦਾ ਹੈ। ਜਦੋਂ ਜ਼ਿਆਦਾ ਚੋਟਾਂ ਖਾਂਦਾ ਹੈ ਤਾਂ ਫਿਰ ਚੋਟਾਂ ਖਾ ਖਾ ਕੇ ਨਰਮੋਹ ਬਣ ਜਾਂਦਾ ਹੈ। ਸੋ ਪਿਆਰੀ ਸਾਧ ਸੰਗਤ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦੋਂ ਦੂਰ ਹੋ ਜਾਂਦੇ ਹਨ ਅਤੇ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ। ਕਾਮ, ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।